ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉਡੀਕ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਹੁਣ ਕੱਸੀਆਂ ਅਤੇ ਸੂਇਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਘਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਵੀ ਹਰ ਖੇਤ ਨੂੰ ਨੱਕਾ, ਹਰ ਖੇਤ ਤੱਕ ਪਾਣੀ ਪਹੁੰਚੂਗਾ, ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ, ਇੱਧਰ ਸੂਆ ਆ, ਇੱਧਰੋਂ ਵੀ ਪਾਣੀ ਆ ਰਿਹਾ ਆ। ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਾਰੇ ਨਗਰ ਵੱਲੋਂ, ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ, ਨਾਲ ਉਪਜਾਊ ਮਿੱਟੀ ਵੀ ਆਉਂਦੀ ਹੈ। 5-7 ਮਿੰਟਾਂ 'ਚ 1 ਕਿੱਲਾ ਭਰ ਦਿੰਦਾ ਉਹ। ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ, ਟਿਊਬਵੈੱਲ ਬੰਦ ਕਰਾਂਗੇ, ਬਿਜਲੀ ਤਾਂ ਬਚਣੀ ਹੈ, ਥੱਲੋਂ ਪਾਣੀ ਬਚਣਾ। ਚੰਡੀਗੜ੍ਹ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਕੌਂਸਲਰ ਨੇ ਇਹ ਗੱਲ ਸਵੀਕਾਰੀ ਹੈ ਕਿ ਚੰਡੀਗੜ੍ਹ ਦੇ ਲਗਭਗ ਸਾਰੇ ਡਿਪਾਰਟਮੈਂਟ 'ਚ ਕਰਪਸ਼ਨ ਜਿਹੜੀ ਹੈ ਬੜੇ ਸਿਰੇ ਤੇ ਹੈਗੀ ਹੈ। ਲਗਭਗ 1000 ਕਰੋੜ ਰੁਪਇਆ ਜਿਹੜਾ ਕਰਪਟ ਜਿਹੜੀ ਮਨੀ ਹੈ ਇੱਥੇ ਇਕੱਠੀ ਹੋ ਰਹੀ ਆ। ਸਾਡੇ ਨਾਲ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਹੈ ਵਿਜੇਪਾਲ ਜੀ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਸ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ, ਸਮਝਦੇ ਹਾਂ ਵੀ ਬੀਜੇਪੀ ਵੱਲੋਂ ਇਹ ਗੱਲ ਕਹੀ ਗਈ ਹੈ ਉਸ 'ਚ ਕਿੰਨਾ ਕੁ ਦਮ ਹੈ, ਉਹ ਇਸ ਤੋਂ ਕਿੰਨਾ ਕੁ ਸਹਿਮਤ ਹੈਗੇ। ਸਰ, ਬੀਜੇਪੀ ਦੇ ਕੌਂਸਲਰ ਹੈ ਸੌਰਵ ਜੋਸ਼ੀ ਜੀ, ਸਾਡੇ ਨਾਲ ਹੀ ਇੰਟਰਵਿਊ 'ਚ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਚੰਡੀਗੜ੍ਹ ਦੇ ਲਗਭਗ ਹਰ ਇੱਕ ਡਿਪਾਰਟਮੈਂਟ 'ਚ ਕਰਪਸ਼ਨ ਹੈਗੀ ਹੈ। ਕਰਪਸ਼ਨ 'ਚ ਚੰਡੀਗੜ੍ਹ ਨੰਬਰ 1 ਤੇ ਆ। ਉਹ ਲਗਭਗ 1000 ਕਰੋੜ ਰੁਪਇਆ ਇੱਥੇ ਇਕੱਠਾ ਹੁੰਦਾ ਜਿਸ ਦੀ ਬੰਟਰ ਬਾਟ ਚੱਲ ਰਹੀ ਹੈ। ਤੁਸੀਂ ਕਿੰਨਾ ਕੁ ਸਹਿਮਤ ਹੋ? देखिए, ये तो अब ओपन सीक्रेट नहीं रहा, अब तो ये ओपन ट्रुथ सामने आ गया है जी। आज की जो हमारी प्रेस कॉन्फ्रेंस थी उसमें यही एक मसला था जी कि करप्शन का जो सिलसिला चंडीगढ़ में चला है, चाहे वो एडमिनिस्ट्रेशन के लेवल पे है जी, चाहे वो एमसी के लेवल पे है जी, लेकिन कोई भी सिलसिला जो है यहाँ ठीक नहीं चल रहा। हर चीज़ में करप्शन का जो रोल है वो बहुत बड़ा रोल हो गया। हम उसमें ये कहें कि नीचे मुलाजम हैं, कर्मचारी हैं, वो ये कर रहे हैं, जी, इसकी जिम्मेदारी सीनियर ऑफिसर्स पे आती है। जी। ऐसा लगता है कि उनकी मूक अनुमति से ये सब काम हो रहा है। वो चाहें तो ये चीज़ें कभी भी रुक सकती हैं। आज का हमने जो मुद्दे थे उसमें 2 मुद्दे तो अहम थे कि ये रेडी फड़ी मार्केट से जो पैसा उगाई हो रही है। अब आपको मालूम ही है कि सेक्टर 22 में सिर्फ 150 लाइसेंस हैं और वहाँ 600 से ज़्यादा रेडी फड़ियाँ लग रही हैं। बिल्कुल। सिमिलरली मैं आपका भी धन्यवाद करता हूँ कि आपने 11 सेक्टर का जो मसला कल आपने खुद भी देखा कि 8 लाइसेंस हैं और वहाँ 50 से ज़्यादा रेडियाँ लग रही हैं। जी। आम रेडी फड़ी वाला ये कह रहा है कि जी हमें लाइसेंस लेने की ज़रूरत नहीं है, हम अपना उतने ही पैसे किसी इंस्पेक्टर को और कंसर्न ऑफिशियल्स को दे के आराम से अपना काम करेंगे, हम क्यों उसमें वो फंसे। इसलिए ये चंडीगढ़ जो था, जिसको हम पहले चंडीगढ़ कह रहे थे, ब्यूटीफुल सिटी कह रहे थे, फिर ये गड्ढागढ़ हुआ, अब ये स्कैमगढ़ बन गया है। चाहे वो कम्युनिटी सेंटर का स्कैम हो, चाहे रेडी फड़ी का स्कैम हो, चाहे वाटर स्कैम हो, तो आज ये चीज़ें हमने आप प्रेस कॉन्फ्रेंस में बखूबी उठाई है। डिंगर साहब, आप तो गवर्नर साहब ਨੂੰ ਮਿਲ ਕੇ ਵੀ ਆਏ ਹੋ ਔਰ ਮੈਂ ਵੀ ਗਵਰਨਰ ਸਾਹਿਬ ਨਾਲ ਕੁਐਸਚਨਿੰਗ ਵੀ ਕੀਤੀ ਸੀਗੀ ਵੀ ਗਵਰਨਰ ਸਾਹਿਬ ਇਹ ਕੀ ਹੋ ਰਿਹਾ, ਤਾਂ ਉਹਨਾਂ ਨੇ ਵੀ ਕਿਹਾ, ਕਹਿੰਦੇ ਜਦ ਅਸੀਂ ਐਕਸ਼ਨ ਲੈਣੇ ਆ ਇਹ ਕੋਰਟ 'ਚ ਚਲੇ ਜਾਣਗੇ। ਇਹ ਉਹਨਾਂ ਨੇ ਇੱਕ ਅਸਮਰਥਤਾ ਜਾਰੀ ਕੀਤੀ ਹੈ। ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ? ਦੇਖੋ, ਇਹੀ ਮੁੱਦਾ ਮੈਂ ਉਹਨਾਂ ਅੱਗੇ ਰੱਖਿਆ ਸੀ ਵੀ ਕਿਸ ਤਰ੍ਹਾਂ ਚੰਡੀਗੜ੍ਹ 'ਚ ਬਹੁਤ ਵੱਡੇ ਸਕੈਮ ਹੋ ਰਹੇ ਆ ਤੇ ਅਸੀਂ ਇੰਨੇ ਆਮ ਆਦਮੀ ਪਾਰਟੀ ਨੇ ਉਜਾਗਰ ਵੀ ਕਰੇ ਆ, ਨਾ ਉਹਦੇ 'ਤੇ ਕੋਈ ਵਿਜੀਲੈਂਸ ਜਾਂਚ ਹੋਈ ਹੈ, ਨਾ ਕੋਈ CBI ਇਨਕੁਆਇਰੀ ਹੋਈ ਹੈ। ਤੇ ਇੱਕ ਬੜਾ ਵੱਡਾ ਸਵਾਲ ਹੈ ਵੀ ਚੰਡੀਗੜ੍ਹ ਇੱਕ ਸਮਾਰਟ ਸਿਟੀ, ਪੜ੍ਹੇ ਲਿਖਿਆਂ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਇੱਥੇ ਏਡੇ ਵੱਡੇ ਘੁਟਾਲੇ ਹੋ ਰਹੇ ਆ, ਫਿਰ ਵੀ ਉਹਦੇ 'ਤੇ ਕੋਈ ਵੀ ਲਾਇਲਾਜ ਉਹਦਾ ਇਲਾਜ ਨਹੀਂ ਮਿਲ ਪਾ ਰਿਹਾ। ਅਸੀਂ ਤੁਹਾਨੂੰ ਵੀ ਕਿੰਨੀ ਵਾਰੀ ਰਿਕੁਐਸਟ ਕਰੀ ਹੈ ਵੀ ਆਹ ਜਿਹੜੀ
ਸਾਡੀ ਰਿਕੁਐਸਟ ਹੈ ਵੀ ਇਹਨੂੰ ਅਸੈਪਟ ਕਰੋ ਤੇ ਅੱਗੇ ਕਾਰਵਾਈ ਤੁਸੀਂ ਜਾਰੀ ਕਰੋ। ਜਦੋਂ ਤੱਕ ਕਾਰਵਾਈ ਨਹੀਂ ਹੋਏਗੀ, ਅਫਸਰਾਂ ਦਾ ਜਿਹੜਾ ਡਰ ਹੈ ਉਹ ਵੀ ਖਤਮ ਹੋ ਚੁੱਕਾ ਹੈ। ਅਫਸਰ ਇਹ ਸਮਝਦੇ ਇਹ ਸਾਡਾ ਸ਼ਹਿਰ ਹੈ, ਅਸੀਂ ਲੁੱਟਣ ਲਈ ਆਏ ਹਾਂ, 3 ਸਾਲ ਲਈ ਆਉਂਦੇ ਨੇ, ਲੁੱਟ ਕੇ ਚਲੇ ਜਾਂਦੇ ਨੇ। ਪਰੰਤੂ ਗਵਰਨਰ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ, ਕੱਲ ਮੈਂ ਮਿਲ ਕੇ ਆਇਆ ਸੀ, ਉਹਨਾਂ ਨੇ ਇਹੀ ਕਿਹਾ ਤੁਸੀਂ ਮੈਨੂੰ ਜੋ ਵੀ ਡਿਟੇਲ ਹੈ, ADC ਦੀ ਮੇਲ ID ਦਿੱਤੀ ਉਹਨਾਂ ਨੇ, ਕਹਿੰਦੇ ਉਹਨਾਂ ਤੇ ਮੇਲ ਕਰੋ, ਮੈਂ ਸਟੱਡੀ ਕਰਦਾ ਇਸ ਚੀਜ਼ ਦੀ ਤੇ ਮੈਂ ਇਨਕੁਆਇਰੀ ਖੁਲਾਨਾ। ਤੇ ਉਹ ਵੀ ਚਾਹੁੰਦੇ ਨੇ ਵੀ ਇਹ ਜਿਹੜਾ ਕਰਪਸ਼ਨ ਹੈ ਖਤਮ ਹੋਣਾ ਚਾਹੀਦਾ। ਤਾਂ ਹੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਸਦਨ ਦੀ ਮੀਟਿੰਗ ਹੋਈ ਸੀ, ਉੱਥੇ ਗਵਰਨਰ ਸਾਹਿਬ ਖੁਦ ਆਏ ਸੀ। ਉੱਥੇ ਉਹਨਾਂ ਨੇ ਅਨਾਉਂਸ ਕੀਤਾ ਸੀ 259 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਦੇਣੀ ਸੀ ਜੋ ਫਾਈਨੈਂਸ਼ੀਅਲ ਕਰੰਚ ਕਾਰਪੋਰੇਸ਼ਨ ਦਾ ਹੋਇਆ। ਉਹ ਮੈਨੂੰ ਐਂ ਲੱਗਦਾ ਵੀ ਉਹ ਤਾਂ ਹੀ ਨਹੀਂ ਉਹਨਾਂ ਨੇ 259 ਕਰੋੜ ਰੁਪਏ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਚੱਲ ਗਿਆ ਵੀ ਇੱਥੇ ਜਿੰਨਾ ਵੀ ਪੈਸਾ ਅਸੀਂ ਨਗਰ ਨਿਗਮ ਨੂੰ ਦੇ ਰਹੇ ਹਾਂ ਉਹ ਜਨਤਾ ਤੱਕ ਪੈਸਾ ਨਹੀਂ ਜਾ ਰਿਹਾ, ਉਹ ਸਾਰੇ ਦੇ ਸਾਰੇ ਅਫਸਰ ਮਿਲ ਕੇ ਖਾ ਰਹੇ ਹੈ। ਤਾਂ ਕਰਕੇ ਉਹ ਪੈਸਾ ਅੱਜ ਦੀ ਡੇਟ 'ਚ 1 ਰੁਪਿਆ ਵੀ ਨਹੀਂ ਮਿਲਿਆ ਤੇ ਸ਼ਹਿਰ ਦੀ ਬਹੁਤ ਹੀ ਮਾਲੀ ਹਾਲਤ ਹੋ ਗਈ ਹੈ। ਮੈਡਮ ਤੁਸੀਂ ਕਿੰਨੀ ਕੁ ਗੱਲ ਤੋਂ ਸਹਿਮਤ ਹੈਗੇ? ਗਵਰਨਰ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਤੁਸੀਂ ADC ਨੂੰ ਕੰਪਲੇਂਟ ਕਰ ਦਿਓ, ਮੈਂ ਇਨਕੁਆਇਰੀ ਕਰਾਵਾਂਗਾ। ਤੁਹਾਨੂੰ ਕੀ ਲੱਗਦਾ ਜਿਹੜਾ ਕਰਪਸ਼ਨ ਦਾ ਜਿਹੜਾ ਲੈਵਲ ਇਸ ਸਮੇਂ ਪਹੁੰਚ ਚੁੱਕਿਆ ਹੈ ਕਿ ਇਹ ਲੱਗਦਾ ਵੀ ਇਸ 'ਚ ਕੋਈ ਕਾਰਵਾਈ ਹੋਏਗੀ? ਦੇਖੋ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਹੈ, ਮੈਨੂੰ ਨਹੀਂ ਲੱਗਦਾ ਵੀ ਕੁਝ ਇੱਥੇ ਹੋਊਗਾ। ਗਵਰਨਰ ਸਾਹਿਬ ਕਹਿ ਰਹੇ ਵੀ ਕਾਰਵਾਈ ਹੋਊਗੀ, ਪਰ ਅੱਜ ਤੱਕ ਦੇਖੋ ਕਿੰਨੇ ਸਾਲ ਹੋ ਗਏ, ਸਾਨੂੰ ਵੀ 3.5 ਸਾਲ ਹੋ ਗਏ ਵੀ ਕਰਪਸ਼ਨ ਵੱਧਦੀ ਜਾ ਰਹੀ ਹੈ, ਦਿਨ ਪਰ ਦਿਨ ਕਰਪਸ਼ਨ ਜ਼ਿਆਦਾ ਹੁੰਦੀ ਜਾ ਰਹੀ ਹੈ। ਇੱਥੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ ਹੈਗਾ। ਕਿਆ ਅਫਸਰਾਂ ਨੂੰ ਨਹੀਂ ਪਤਾ? ਹਾਂ, ਨੀਚੇ ਲੈਵਲ ਤੇ ਕਰਪਸ਼ਨ ਹੁੰਦੀ ਹੈ ਤਾਂ ਕਿ ਆਪਾਂ ਜਦ ਕੰਪਲੇਂਟ ਕਰਦੇ ਹਾਂ ਅਫਸਰ ਸ਼ਾਇਦ ਥੋੜਾ ਬਹੁਤਾ ਤਾਂ ਕੋਈ ਐਕਸ਼ਨ ਲੈਣ ਉਹਦੇ ਪਰ, ਕੋਈ ਵੀ ਇਹਦੇ ਪਰ ਐਕਸ਼ਨ ਨਹੀਂ ਲਿਆ ਜਾਂਦਾ ਹੈਗਾ। ਜਿੱਥੇ ਰੇਹੜੀ ਫੜੀਆਂ, ਮੇਰੇ ਵਾਰਡ ਦੇ ਵਿੱਚ ਇੰਨਾ ਬੁਰਾ ਹਾਲ ਹੈ, ਮੈਨੂੰ ਨਹੀਂ ਲੱਗਦਾ ਵੀ ਕਿਸੇ ਰੇਹੜੀ ਫੜੀ ਦੇ ਕੋਈ ਵੀ ਕਿਸੇ ਵੀ ਕੋਲ ਕੋਈ ਲਾਇਸੈਂਸ ਹੋਊਗਾ। ਬਿਨਾਂ ਲਾਇਸੈਂਸ ਤੇ ਉੱਥੇ ਕੋਈ ਪੈਦਲ ਬੰਦਾ ਨਹੀਂ ਨਿਕਲ ਸਕਦਾ, ਗੱਡੀਆਂ ਤੋਂ ਬਹੁਤ ਦੂਰ ਦੀ ਗੱਲ ਹੈ। ਅਸੀਂ ਹਰ ਵਾਰੀ ਹਾਊਸ ਦੇ ਵਿੱਚ 1 ਮਹੀਨੇ ਦੇ ਵਿੱਚ ਸਾਡੇ ਕੋਲ ਇਹ ਹੁੰਦਾ ਵੀ ਅਸੀਂ ਆਪਣੇ ਵਾਰਡ ਦੇ ਇਸ਼ੂ ਰੱਖਣੇ ਹੁੰਦੇ ਆ, ਪਰ ਇਹ ਵਾਰਡ ਦੇ ਵਿੱਚ ਜਿਹੜਾ ਅਸੀਂ ਵਾਰਡ ਦੇ ਇਸ਼ੂ ਰੱਖਦੇ ਆ ਉਹਦੇ ਪਰ ਕੋਈ ਵੀ ਸੋਲੂਸ਼ਨ ਨਹੀਂ ਹੁੰਦਾ ਹੈਗਾ। ਹਾਂ, ਇਹ ਬੋਲ ਦਿੰਦੇ ਮੇਅਰ ਮੈਮ ਬੋਲਦੇ ਆ ਹਾਂ ਨੈਕਸਟ ਟਾਈਮ ਤੁਹਾਨੂੰ ਹਫਤੇ 10 ਦਿਨ ਦੇ ਵਿੱਚ ਕੋਈ ਕੰਪਲੇਂਟ ਨਹੀਂ ਆਏਗੀ, ਪਰ ਸਾਨੂੰ ਕੰਪਲੇਂਟ ਹਰ ਟਾਈਮ ਉੱਥੇ ਹੁੰਦੀ ਹੈ। 15 ਦਿਨ ਕਿਆ ਪੂਰਾ ਮਹੀਨਾ ਨਿਕਲ ਜਾਂਦਾ, ਕੋਈ ਵੀ ਉਹਦੇ ਵਿੱਚ ਸਮਾਧਾਨ ਨਹੀਂ ਹੁੰਦਾ ਹੈਗਾ ਕਿਸੇ ਵੀ ਚੀਜ਼ ਦਾ। ਵੀਰਪਾਲ ਜੀ, ਮੈਂ ਦੁਬਾਰਾ ਫਿਰ ਤੁਹਾਡੇ ਕੋਲ ਆਉਣਾ। ਤੁਹਾਨੂੰ ਲੱਗਦਾ ਕੋਈ ਸੋਲੂਸ਼ਨ ਹੈਗਾ ਇਸ ਕਰਪਸ਼ਨ ਦਾ? ਕਿਉਂਕਿ ਤੁਸੀਂ ਸਰ ਚੰਡੀਗੜ੍ਹ ਪੁਲਿਸ 'ਚ ਤੁਸੀਂ ਕੰਮ ਕੀਤਾ ਹੋਇਆ, ਐਜ ਏ DSP ਦੀ ਪੋਸਟ ਤੋਂ ਤੁਸੀਂ ਰਿਟਾਇਰ ਹੋਏ ਹੋ, ਵੱਖ-ਵੱਖ ਪੋਸਟਾਂ ਤੇ। ਤੁਹਾਨੂੰ ਲੱਗਦਾ ਸਰ ਵੀ ਇਸ ਚੀਜ਼ ਦਾ ਕੋਈ ਹੱਲ ਨਿਕਲ ਸਕਦਾ ਜਾਂ करप्शन रुक सकती है शहर? देखिए सर, हर चीज़ का सॉल्यूशन तो है, पर नीयत और नीति चाहिए। अगर नीयत आपकी और नीतियाँ ठीक और नीयत हो तो हर चीज़ रुक जाती है। मैंने आज भी प्रेस कॉन्फ्रेंस में भी कहा है कि ये ऑर्गेनाइज्ड क्राइम है। ऑर्गेनाइज्ड क्राइम वो है जहाँ हम एक SIT बनाते थे, बड़ी बड़ी टीमें बनाते थे जिनमें फिरौती, लुटेरे, डकैती, उनको सॉल्यूशंस करना पड़ता था। और उसमें अब ये जो टीम बनी हुई है ये ऑर्गेनाइज्ड क्राइम को करने के लिए जो है ऐसा लग रहा है। सवाल तो यही है कि इसमें नीति और नीयत हो तो सब चीज़ों का सॉल्यूशन हो सकता है। एक तरफ ये कहते हैं कि हमारे पास फंड्स नहीं है, अगर तुम इनको जब बिठाना ही है तो इनको लाइसेंस दो, लाइसेंस लेकर उनसे लाइसेंस फीस लो, आपके रेवेन्यू भी बढ़ेगा, उनको काम भी मिलेगा। तो इनकी नीयत ठीक नहीं है। ये इस सिस्टम को इसी तरह से चलाना चाहते हैं। सीनियर ऑफिसर्स की मुँह अनुमति इनके पास है ताकि ये करप्शन हर लाखों रुपए जो हर महीने के इनके पास आते रहें। जिस दिन की नीयत और नीति बनाएंगे, नीयत ठीक होगी, उस दिन ये सब चीज़ें ठीक हो सकती हैं। मैडम, आप कितना के सहमत हो विजयपाल जी से? मैं सर से बिल्कुल 100% सहमत हूँ कि अगर हमारी नीयत ठीक है और नीयति ठीक है तभी काम पॉसिबल है। आज अगर आप मेरे वार्ड में आकर देखें तो आप हैरान रह जाएंगे। एक मेरे एरिया में कॉलोनी है, उसमें वो रॉ थी और आज आप उसका स्टेटस देख लो जाके, आपको वो सेक्टर से कम नहीं लगेगी। अगर हमारी नीयत और नीयति ठीक है तभी काम हो पाएंगे। आज जो वेंडर्स बैठे हुए हैं उनमें से आधे से ज़्यादा इलीगल वेंडर्स बैठे हुए हैं। अगर उनको लाइसेंस दे के बिठाया जाए तो इनका जो है रेवेन्यू भी बढ़ेगा, पर ये सिर्फ इसलिए एक्शन नहीं लेना चाहते क्योंकि ये करप्शन कैसे कर पाएंगे। ਤੁਹਾਨੂੰ ਇਹ ਨਹੀਂ ਲੱਗਦਾ ਵੀ ਇੰਨੇ ਜ਼ਿਆਦਾ ਵੈਂਡਰਸ ਬੈਠੇ ਜਿਸ ਕਰਕੇ ਚੰਡੀਗੜ੍ਹ ਜਿਹੜਾ ਇੱਕ ਖੂਬਸੂਰਤ ਸ਼ਹਿਰ ਸੀਗਾ ਉਸ ਦਾ ਨਕਸ਼ਾ ਹੀ ਬਦਲ ਗਿਆ, ਹੁਣ ਉਹ ਖੂਬਸੂਰਤੀ ਕਿਤੇ ਨਜ਼ਰ ही नहीं आती? सर, उन्होंने चंडीगढ़ को जो है फड़ीगढ़ बना दिया है। मतलब जो आप मानोगे ना फुटपाथ पर जगह है ना पैसेज पर जगह है। इनको इस पर स्ट्रिक्ट एक्शन लेना चाहिए, लेकिन ये अपनी जेबें भरने में लगे हुए हैं। इनको चंडीगढ़ ब्यूटीफुल से कोई लेना देना नहीं है। ਮੈਡਮ, ਜਿੱਦਾਂ ਰੇੜੀ ਫੜੀ ਵਾਲੀ ਗੱਲ ਚੱਲ ਰਹੀ, ਹੋਰ ਡਿਪਾਰਟਮੈਂਟਾਂ ਦੇ ਬਾਰੇ ਤੁਹਾਡਾ ਕੀ ਵਿਊ ਹੈ?
देखिए आप किसी भी डिपार्टमेंट में चले जाइए, पहले जो हम काउंसलर बने थे, जब एक कॉन्ट्रैक्टर था 7 करोड़ लेके भाग गया, तो उन्होंने बोला कि इस पे विजिलेंस जब वो इंक्वायरी बैठाई हुई है, लेकिन हमें नहीं पता लगा वो विजिलेंस इंक्वायरी कहाँ बैठाई गई थी। 7 करोड़ का अभी तक कोई हिसाब नहीं आया। उसके बाद आपने देखा होगा कम्युनिटी सेंटर का कितना बड़ा स्कैम सामने आया, उस पर कोई कार्रवाई नहीं हुई। अब जो 24/7 वाला जो इतना बड़ा घोटाला आप देख सकते हैं, क्योंकि मैं तो मनी माजरा से हूँ और रोज मैं उस चीज़ को देख रही हूँ, क्योंकि मेरे खुद घर में वही सप्लाई है, तो उसका आज तक कोई हल नहीं हुआ। और अब जो इन गरीब लोगों के साथ जो धक्का से आई हुई है, देखो पैसे देने की नौबत उनको क्यों आई, क्योंकि जो नगर निगम है वो लाइसेंस इशू नहीं कर रहा। आप देखें ना, जो आपने ट्यूबलों पे से इतने बंदे हटा दिए, 232 बंदे हटाए हैं, और किसी फायर में से हटा दिए, वो बंदों को रेडी लगाने पे मजबूर किसने किया? भाजपा सरकार ने। अगर ये चाहती उन्हीं बंदों को वहीं पे जहां वो लगे हुए थे, अगर वो ऐसे ही रहते, आज हर कोई रेडी की तरफ क्यों भाग रहा है? क्योंकि कोई काम ही धंधा नहीं रहा। आप देखिए इतना पढ़े लिखे होने का फ़ायदा क्या है जब रेडी लगानी है? उन्हें पता ही है रेडी लगाएंगे तो अब देखिए सेटिंगें कौन करता है। अब आप सबको पता ही लग गया, बाय नेम उस बंदे ने प्रूफ दिया। तो मैं ये कहती हूँ लाइसेंस दो लोगों को, अगर आपने बैठाना ही एक रो में बैठाओ और लाइसेंस दो। लाइसेंस से क्या होगा? रेवेन्यू आपका बढ़ेगा। जो ये खड्डागढ़ चंडीगढ़ बना हुआ है, इनके खड्डे भर जाएंगे। आप देखिए पानी की जो समस्या वो हल हो जाएगी। अगर करना चाहे तो क्या नहीं कर सकते? जब आप बंदों पे स्ट्रिक्ट एक्शन लेके, जो बेचारे काम कर रहे होते हैं, जो 24 घंटे आपकी ड्यूटी करते हैं, उनको आप बाहर का रास्ता दिखा देते हो, तो बंदा करेगा क्या? एक तरफ से मैं कहती हूँ बीजेपी जो देश में है, ये क्राइम को बढ़ावा देने वाली जो काम कर रही है, क्योंकि जब काम नहीं रहेगा तो बंदा क्राइम करेगा। और ये जो बीजेपी की यही रणनीति है, क्राइम को बढ़ावा देना। शिक्षा की तरफ इनका कोई ध्यान नहीं है। बच्चा सड़क पे भीख मांगे, जो मर्जी करे, इन्हें सिर्फ और सिर्फ अपनी जेबों से मतलब है। इन्हें चाहे कोई भी, मैं कहती हूँ ऑफिसर है, चाहे कोई भी है, इन्हें सिर्फ अपनी जेबों से मतलब है। इन्हें आम जनता से कोई मतलब नहीं है। ये जनता को चूसते हैं और चले जाते हैं। ਪਰ ਬੀਜੇਪੀ ਇਹ ਕਹਿੰਦੀ ਹੈ ਵੀ ਸਾਡੀਆਂ ਨੀਤੀਆਂ ਤੇ ਇੰਨਾ ਵਧੀਆ ਹੈਗੀਆਂ, ਅਸੀਂ ਲਾਸਟ ਪਰਸਨ ਤੱਕ ਆਪਣੀਆਂ ਨੀਤੀਆਂ ਪਹੁੰਚਾਈਆਂ, ਉਹਨਾਂ ਦਾ ਜੀਵਨ ਸਤਰ ਜਿਹੜਾ ਹੈ ਅਸੀਂ ਸੁਧਾਰ ਦਿੱਤਾ। देखिए एक कहावत है, अंधेर नगरी चौपट राजा। तो जो ये नगर निगम की मुखिया है ना, उनके नाक के नीचे इतना बड़ा बड़ा करप्शन हो रहा है, उनको नहीं पता है। आप एक कर्मचारी जो काम करने वाला बता रहा है कि हम 5-6 लाख रुपए ले आके देते हैं, वो देता किसको है? सबसे बड़ा सवाल ये है कि वो कहता है मैं इकट्ठा करता हूँ। उसने ये नहीं बोला मैंने अपने घर में रखता हूँ, इकट्ठा करके देता हूँ। उसने बोला देता किसको है? वो कौन इंक्वायरी करेगा? वो काम इंक्वायरी करने का जो प्रशासन के अधिकारी हैं, गवर्नर साहब करें। हमारे मेयर साहब उसको उस पर कितना बोला है, आप लोगों ने देखा होगा उन अखबार के माध्यम से, और भी कितना सीरियस है उस चीज़ पे। तो वो पैसे जाता कहाँ तक है, ये सवाल है। इस करप्शन में प्रशासन के अधिकारी मिले हुए हैं और ये बिल्कुल ही नाकामी है मेयर की। उन्होंने करप्शन करके मेयर तो बन गए, किसी तरह से मेयर बन गए, वो सबने देखा। पिछले भी कैसे बने और इस बार भी कैसे बने, वो बन गए। अब वो पैसे कैसे इकट्ठा हो रहा है, कहाँ जा रहा है, वो बहुत बड़ा सवाल है। कल हाउस में हम लोग इसका बहुत जोर शोर से मुद्दा उठाएंगे। और ये एक ही डिपार्टमेंट में करप्शन नहीं है कि सिर्फ वो रेडी फड़ी वालों से, ये हर डिपार्टमेंट पे है। इंक्रोचमेंट आप देख लो, जो बड़े बड़े करके बैठे हैं उनके ऊपर कार्रवाई क्या होती है? वो सारे मंथली पहुंचा रहे हैं वहाँ पे और कार्रवाई कोई नहीं हो रही। तो ये बिल्कुल ही नाकामी है अपने बीजेपी के मेयर की, और इसको हम एक्सपोज करेंगे कल। ਮੈਂ ਕਿ ਬੀਜੇਪੀ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਇਹ ਮੰਨਦੀ ਹੈ ਕਿ ਚੰਡੀਗੜ੍ਹ ਜਿਹੜਾ ਕਰਪਸ਼ਨ ਦਾ ਇੱਕ ਬਹੁਤ ਵੱਡਾ ਅੱਡਾ ਬਣ ਗਿਆ। ਸਿਰਫ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਨਹੀਂ, ਬਲਕਿ ਹਰ ਇੱਕ ਡਿਪਾਰਟਮੈਂਟ ਵਿੱਚ ਕਰਪਸ਼ਨ ਜਿਹੜੀ ਆ ਉਹ ਅੱਪਰ ਲੈਵਲ ਤੇ ਪਹੁੰਚ ਗਈ ਆ, ਔਰ ਇਸ ਮਾਮਲੇ ਵਿੱਚ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਂਗ ਸਵੇਰ ਟੀਵੀ ਲਈ ਚੰਡੀਗੜ੍ਹ ਤੋਂ।